ਚੂੜੇ ਵਾਲੀ ਬਾਂਹ। ਦਿਮਾਗ ਵਿੱਚ ਬਣ ਰਹੀ ਤਸਵੀਰ ਵੱਲ ਵੇਖਦਿਆਂ ਮੈਂ ਮਾਚਿਸ ਨੂੰ ਤੀਲੀ ਛੁਹਾ ਦਿੱਤੀ। ਜੀਭ 'ਤੇ ਰੱਖੀ ਮੁਸ਼ਕਪੂਰ ਦੀ ਟਿੱਕੀ ਲੱਟ ਲੱਟ ਪਲ ਉੱਠੀ। ਮੈਂ ਜੀਭ ਹੋਰ ਬਾਹਰ ਨੂੰ ਕੱਢ ਲਈ। ਨੱਕ ਉੱਪਰ ਤਿਲਕਦੀ ਨਜ਼ਰ ਅੱਗ ਦੀ ਲਾਟ 'ਤੇ ਜਾ ਟਿਕੀ। ਲੱਤਾਂ ਵਿੱਚ ਜਾਨ ਭਰ ਗਈ। ਨਸਾਂ ਵਿਚਲਾ ਖੂਨ ਦੌੜਨ ਲੱਗ ਪਿਆ। ਲਾਟ ਵਾਂਗ ਮੱਚਦੀ ਤੀਵੀਂ ਮੇਰੀ ਜੀਭ 'ਤੇ ਨੱਚ ਰਹੀ ਸੀ। ਮੈਂ ਖੁਸ਼ੀ ਵਿੱਚ ਝੂਮ ਉੱਠਿਆ। ਮਨ ਵਿੱਚ ਇੱਕ ਤਰੰਗ ਜਿਹੀ ਉੱਠੀ। ਬਾਹਾਂ ਹਵਾ ਵਿੱਚ ਲਹਿਰਾ ਉੱਠੀਆਂ, ਪਰ ਸਾਲਾ ਹੁੱਥੂ ਛਿੜ ਪਿਆ। ਮੁਸ਼ਕਪੂਰ ਦੀ ਟਿੱਕੀ ਤਿਲਕ ਕੇ ਧਰਤੀ 'ਤੇ ਜਾ ਡਿੱਗੀ। ਜੀਭ ਤਾਲੂਏ ਨਾਲ ਜਾ ਚਿਪਕੀ। ਸਾਹ ਸੀ ਕਿ ਉਖੜਦਾ ਹੀ ਚਲਿਆ ਗਿਆ। ਮੈਂ ਮੰਜੇ 'ਤੇ ਜਾ ਡਿੱਗਿਆ। ਸਰੀਰ ਸੱਪਣੀ ਵਾਂਗ ਮੇਲਣ ਲੱਗ ਪਿਆ। ਜਦੋਂ ਖੰਘ ਟਿਕੀ, ਮੈਂ ਹੌਲੀ ਹੌਲੀ ਅੱਖਾਂ ਖੋਲ੍ਹੀਆਂ। ਦਿਲ ਗਾਹ ਉੱਠਿਆ। ਰੰਨ ਨਹਾ ਕੇ ਛੱਪੜ ਵਿੱਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ। ਅੱਗ ਦੀ ਲਾਟ ਵਿੱਚੋਂ ਤੀਵੀਂ ਵੇਖਣ ਦੀ ਜੁਗਤ ਮੈਂ ਰਾਮ ਆਸਰੇ ਤੋਂ ਸਿੱਖੀ ਸੀ। ਬੜਾ ਸਕੀਮੀ ਬੰਦਾ ਸੀ ਉਹ। ਮੈਨੂੰ ਅਕਸਰ ਸਮਝਾਉਂਦਾ ਹੁੰਦਾ, ਦਿਮਾਗ ਵਿੱਚ ਤਸਵੀਰ ਬਣਾਉਣ ਸਾਰ ਜੀਭ 'ਤੇ ਲਾਟ ਪਾ ਲਿਆ ਕਰ। ਜਿਉਂ ਹੀ ਲਾਟ ਵਿੱਚੋਂ ਨੱਚਦੀ ਤੀਵੀਂ ਨਜ਼ਰ ਆਉਣ ਲੱਗ ਪਏ ਤਾਂ ਸਮਝ ਲਾ ਤੈਨੂੰ ਰਾਮ ਦਾ ਆਸਰਾ ਮਿਲ ਗਿਆ। ਉਹਦੀ ਗੱਲ ਸੁਣ ਮੈਂ ਉਸ ਨਾਲੋਂ ਉੱਚੀ ਉੱਚੀ ਹੱਸਣ ਲੱਗ ਪੈਂਦਾ। ਜਿਸ ਦਿਨ ਬਹੁਤਾ ਉਦਾਸ ਹੁੰਦਾ, ਮੈਂ ਰਾਮ ਆਸਰੇ ਕੋਲ ਜਾ ਬੈਠਦਾ। ਉਹ ਬਾਣ ਦੀ ਢਿੱਲੀ ਜਿਹੀ ਮੰਜੀ ਉੱਪਰ ਲੰਮਾ ਪਿਆ ਹੁੰਦਾ। ਮੰਜੀ ਉੱਪਰ ਪਿਆ ਹੀ ਬੀੜੀ ਪੀਣਾ ਉਹਦਾ ਸਟਾਈਲ ਸੀ। ਮੈਨੂੰ ਬੈਠਣ ਦਾ ਇਸ਼ਾਰਾ ਕਰ ਉਹ ਲੰਬਾ ਸਾਰਾ ਸੂਟਾ ਖਿੱਚਦਾ ਤੇ ਫਿਰ ਧੂੰਆਂ ਤਾਂ ਨੂੰ ਛੱਡ ਦਿੰਦਾ। ਜਦੋਂ ਧੂੰਆਂ ਨਿੰਮ ਦੇ ਪੱਤਿਆਂ ਨਾਲ ਜਾ ਟਕਰਾਉਂਦਾ, ਉਹ ਥੁੱਕਦੀ ਤੇਰੀ ਧਰਤੀ ਉੱਪਰ ਮਾਰਦਾ। ਬੱਗਿਆ, ਹੁਣ ਤਾਂ ਸਾਲੀ ਨਿੰਮ ਦੀ ਛਾਂ ਵੀ ਕੌੜੀ ਲੱਗਣ ਲੱਗ ਪਈ। ਹਾਂ, ਮੈਨੂੰ ਫੜਾਈ ਬੀੜੀ ਦਾ ਸੂਟਾ ਖਿੱਚ ਮੈਂ ਵਾਪਸ ਉਸ ਨੂੰ ਫੜਾ ਦਿੰਦਾ। ਆਖਰੀ ਸੂਟਾ ਖਿੱਚਣ ਤੋਂ ਪਹਿਲਾਂ ਉਹ ਮੈਨੂੰ ਜਾਦੂਗਰ ਵਾਂਗ ਆਖਦਾ, ਲੈ ਹੁਣ ਮੇਰੀਆਂ ਅੱਖਾਂ ਵਿੱਚ ਨਜ਼ਰ ਰੱਖੀ, ਧੂੰਆਂ ਨਿਕਲੂਗਾ। ਮੈਂ ਸਿਸਤ ਬੰਨ ਲੈਂਦਾ। ਰਾਮ ਆਸਰਾ ਮੈਨੂੰ ਸ਼ਿਵਜੀ ਵਰਗਾ ਜਾਪਣ ਲੱਗਦਾ। ਉਹਦੇ ਨੱਕ ਵਿੱਚੋਂ ਨਿਕਲਦੀਆਂ ਧੂਏ ਦੀਆਂ ਲਕੀਰਾਂ ਨਾਲ ਮੇਰੀ ਨਜ਼ਰ ਉਸ ਦੀਆਂ ਅੱਖਾਂ ਵੀ ਧੱਸਣ ਲੱਗੀ। ਠੀਕ ਉਹੀ ਪਲ ਹੁੰਦਾ ਸੀ ਜਦੋਂ ਉਹ ਬੀੜੀ ਦਾ ਜਲਦਾ ਪਾਸਾ ਮੇਰੇ ਹੱਥ ਨੂੰ ਛੁਆ ਦਿੰਦਾ। ਉਹ ਤੇਰੀ ਮਾਂ ਦੀ, ਮੇਰੀ ਚੀਕ ਗਾਲ ਵਿੱਚ ਬਦਲ ਜਾਂਦੀ। ਨਾ ਬੱਗਿਆ, ਗਾਲਾਂ ਨਾ ਕੱਢ ਇੱਕਣ। ਇਹ ਤਾਂ ਸਾਲੀਆਂ ਆਪਣੀਆਂ ਜੁਗਤਾਂ ਨੇ। ਤੂੰ ਤਾਂ ਬੀੜੀ ਦੇ ਸੇਕ ਨਾਲ ਹੀ ਤੜਫ ਗਿਆ। ਇੱਧਰ ਦੇਖ, ਇੱਥੇ ਨਾਗਣੀ ਲੜਦੀ ਆ। ਇੱਥੇ ਸੱਪਣੀ ਦੇ ਡੰਗਾਂ ਨਾਲ ਡੰਗੀ ਜੀ ਬਾਹਰ ਕੱਢਦਾ ਹੋਇਆ ਰਾਮ ਆਸਰਾ ਨੀਲੀ ਹੋਈ ਗਰਦਨ ਉੱਪਰ ਹੱਥ ਫੇਰਨ ਲੱਗ ਪੈਂਦਾ। ਉਹ ਮੇਰਾ ਯਾਰ ਸੀ। ਸਾਡੀਆਂ ਕਈ ਰਗਾਂ ਸਾਂਝੀਆਂ ਸਨ। ਮੇਰਾ ਬਾਪ ਨੇਕ ਅਮਲੀ ਕਾਲੀ ਨਾਗਣੀ ਦਾ ਆਸ਼ਕ ਸੀ। ਉਹ ਸਾਰੀ ਜ਼ਮੀਨ ਅਫੀਮ ਦੀ ਭੇਟ ਚੜ੍ਹਾ ਕੇ ਮਰਿਆ। ਜ਼ਮੀਨ ਬਿਨਾਂ ਸਾਡੀ ਗਤੀ ਨਹੀਂ ਸੀ ਹੋਈ। ਜਿੰਨਾ ਚਿਰ ਮਾਂ ਜਿਉਂਦੀ ਰਹੀ, ਰੋਟੀ ਫੁਲਕਾ ਚਲਾਉਣ ਲਈ ਮੈਂ ਸ਼ਰੀਕਾਂ ਦੀਆਂ ਵੱਟਾਂ ਉੱਪਰ ਤਿਲਕਦਾ ਰਿਹਾ। ਜਿਨ੍ਹਾਂ ਦਿਨਾਂ ਵਿੱਚ ਕਣਕ ਜੀਰੀ ਦੀ ਫਸਲ ਵੱਢ ਕੇ ਕਰਚਿਆਂ ਨੂੰ ਅੱਗ ਲਾਈ ਜਾਂਦੀ, ਹੱਥਾਂ ਵਿੱਚ ਮਾਚਿਸ ਫੜੀ ਮੈਂ ਅਸਮਾਨ ਵੱਲ ਨੂੰ ਉੱਡਦਾ ਧੂੰਆਂ ਵੇਖਦਾ ਰਹਿੰਦਾ। ਉਸ ਵਕਤ ਮੇਰੀ ਸੁਰਤੀ ਉੱਟ ਜਾਂਦੀ। ਜਿਸ ਵਕਤ ਸ਼ਹਿਰ ਦਿਹਾੜੀ ਲਾ ਕੇ ਮੁੜਿਆ ਰਾਮ ਆਸਰਾ ਉੱਚੀ ਉੱਚੀ ਸੜਕ ਤੋਂ ਦੀ ਗਾਉਂਦਾ ਲੰਘ ਜਾਂਦਾ, ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਦੇਖਾਂ ਆ ਕੇ ਕਦੋਂ ਬੁਝਾਂ ਵਧਾਈ। ਉਹਦੀ ਤੁਕ ਸੁਣ ਕੇ ਮੈਨੂੰ ਘਬਰਾਹਟ ਹੋਣ ਲੱਗਦੀ। ਮੇਰੀ ਨਜ਼ਰ ਫਟਣ ਲੱਗਦੀ। ਖੱਤਿਆਂ ਵਿਚਲੀ ਅੱਗ ਸੜਕ ਉੱਪਰ ਜਾ ਚੜ੍ਹਦੀ, ਫਿਰ ਘਰਾਂ ਨੂੰ ਦੌੜਨ ਲੱਗ ਪੈਂਦੀ। ਮਾਚਿਸ ਜੇਬ ਵਿੱਚ ਪਾ ਮੈਂ ਕਾਲੇ ਕਦਮੀ ਪਿੰਡ ਵੱਲ ਨੂੰ ਤੁਰ ਪੈਂਦਾ। ਜਿਉਂ ਹੀ ਬੱਸ ਅੱਡੇ ਵਾਲੀਆਂ ਚੌਂਕੜੀਆਂ ਕੋਲ ਪਹੁੰਚਦਾ, ਮੂਹਰੋਂ ਮੀਤਾ ਆਉਂਦਾ ਟੱਕਰ ਜਾਂਦਾ। ਮੈਨੂੰ ਵੇਖਣ ਸਾਰੋਂ ਬੋਲਣ ਲੱਗਦਾ, ਨਾ ਉੱਥੇ ਅੱਗ ਲਾ ਕੇ ਸੁੰਨੀ ਛੱਡ ਆਇਆ, ਬਿੰਦ ਠਹਿਰ ਕੇ ਤੁਰ ਪੈਂਦਾ। ਘਰੇ ਜਾ ਕੇ ਦੱਸ ਕੀ ਤੈਂ ਅੱਗ ਬੁਝਾਉਣੀ ਹੈ। ਮੇਰਾ ਅੰਦਰ ਸੜ ਜਾਂਦਾ। ਪਹਿਲਾਂ ਤਾਂ ਦਿਲ ਵਿੱਚ ਆਉਂਦੀ ਕਿ ਸਾਲੇ ਦੇ ਪਜਾਮੇ ਨੂੰ ਅੱਗ ਲਾ ਕੇ ਰਾਵਣ ਵਾਂਗ ਫੂਕ ਦੇਵਾਂ। ਸੀਤਾ ਵਾਂਗ ਸਾਡੀ ਸਾਰੀ ਜ਼ਮੀਨ ਨੂੰ ਉਹ ਚੁਰਾ ਕੇ ਲੈ ਗਿਆ ਸੀ। ਪਰ ਦੂਜਾ ਹੀ ਪਲ ਮੇਰੇ ਹੱਥ ਬੰਨ੍ਹ ਦਿੰਦਾ। ਕਿੰਨੇ ਸਿਤਮ ਦੀ ਗੱਲ ਸੀ। ਕਈ ਵਾਰੀ ਜਦੋਂ ਕਿਸੇ ਹੋਰ ਦੇ ਕੰਮ ਨਾ ਮਿਲਦਾ, ਮੈਨੂੰ ਮਜਬੂਰੀ ਵਸ ਮੀਤੇ ਕੇ ਉਸੇ ਖੇਤ ਵਿੱਚ ਕੰਮ ਕਰਵਾਉਣਾ ਪੈਂਦਾ ਜਿਹੜਾ ਕਦੇ ਸਾਡਾ ਹੁੰਦਾ ਸੀ। ਨਹੀਂ ਬੱਗਿਆ, ਇੱਥੇ ਹੁਣ ਤੇਰਾ ਕੁਝ ਨਹੀਂ। ਹਾਂ, ਇੱਕ ਮਰਜ਼ੀ ਹੈ ਜਿਹੜੀ ਸਿਰਫ ਤੇਰੀ ਆ। ਮੈਂ ਕਹਿੰਦਾ ਧਾਰ ਮਾਰ ਸ਼ਰੀਕਾਂ ਦੀ। ਓਏ ਮਰਜ਼ੀ ਦਾ ਮਾਲਕ ਬਣ ਯਾਰ। ਆ ਚੱਲ ਮੇਰੇ ਨਾਲ। ਰਾਮ ਆਸਰੇ ਦੀ ਗੱਲ ਮੰਨ, ਮੈਂ ਉਸ ਨਾਲ ਸ਼ਹਿਰ ਦਿਹਾੜੀ ਜਾਣ ਲੱਗ ਪਿਆ ਸੀ। ਸੂਰਜ ਚੜ੍ਹਨ ਸਾਰ ਅਸੀਂ ਸਾਈਕਲ ਚੁੱਕ ਕੇ ਸ਼ਹਿਰ ਦੇ ਲੇਬਰ ਚੌਂਕ 'ਤੇ ਜਾ ਖੜ੍ਹਦੇ। ਬਹੁਤ ਵਾਰ ਤਾਂ ਦਿਹਾੜੀ ਮਿਲ ਜਾਂਦੀ, ਪਰ ਬਹੁਤੀ ਵਾਰ ਅਸੀਂ ਜਾਣ ਬੁੱਝ ਕੇ ਦਿਹਾੜੀ ਨਾ ਜਾਂਦੇ। ਰਾਮ ਆਸਰਾ ਦਲੀਲ ਦਿੰਦਾ,
ਨਾ ਕੋਈ ਤੇਰੇ ਪਿੱਛੇ ਆ ਨਾ ਕੋਈ ਮੇਰੇ। ਫਿਰ ਐਵੇਂ ਕਾਹਦੇ ਪਿੱਛੇ ਖਫਾ ਖੂਨ ਹੁੰਨੇ ਆ? ਚੱਲ ਅੱਜ ਖੋਖੇ ਵਿੱਚ ਬੈਠ ਕੇ ਅੱਖਾਂ ਤੱਤੀਆਂ ਕਰਦੇ ਆ। ਸ਼ਾਮ ਤੱਕ ਕਈ ਵਾਰ ਚਾਹ ਪੀਤੀ ਜਾਂਦੀ, ਬੀੜੀ ਸੁਲਗਦੀ ਰਹਿੰਦੀ। ਚੌਂਕ ਵਿੱਚੋਂ ਦੀ ਲੰਘਦੀ ਇੱਕ ਇੱਕ ਤੀਵੀਂ ਦਾ ਚਿਹਰਾ ਸਾਡੇ ਦਿਮਾਗਾਂ ਉੱਪਰ ਛਪਦਾ ਰਹਿੰਦਾ। ਰੋਟੀ ਦੀ ਭੁੱਖ ਨਾਲੋਂ ਕੋਈ ਹੋਰ ਭੁੱਖ ਸਾਨੂੰ ਵੱਧ ਤੰਗ ਕਰਦੀ ਰਹਿੰਦੀ। ਜਿਸ ਦਿਨ ਮੈਂ ਰਾਮ ਆਸਰੇ ਨਾਲ ਫਿਲਮ ਵੇਖ ਕੇ ਆਉਂਦਾ, ਉਸ ਦਿਨ ਤਾਂ ਹਾਲਤ ਅਜੀਬ ਹੋ ਜਾਂਦੀ। ਸਾਰੀ ਰਾਤ ਉਸ ਕੋਲ ਹੀ ਬੈਠਾ ਰਹਿੰਦਾ। ਗਈ ਰਾਤ ਤੱਕ ਅਸੀਂ ਅੱਗ ਦੀ ਲਾਟ ਵਿੱਚੋਂ ਨੱਚਦੀ ਤੀਵੀਂ ਵੇਖਦੇ ਰਹਿੰਦੇ। ਜਦੋਂ ਹਰ ਚਿਹਰਾ ਮੱਧਮ ਪੈਣ ਲੱਗਦਾ, ਰਾਮ ਆਸਰਾ ਚਿਲਮ ਵਿੱਚ ਸੁਲਫਾ ਭਰ ਲੈਂਦਾ। ਹਰ ਸੂਟੇ ਨਾਲ ਮੇਰੇ ਦਿਮਾਗ ਵਿੱਚ ਗਿੱਧਾ ਪੈਣ ਲੱਗਦਾ। ਜਦੋਂ ਨਸ਼ਾ ਹਾਵੀ ਹੋ ਜਾਂਦਾ, ਕਿਤੇ ਦੂਰੋਂ ਆਉਂਦੀ ਆਵਾਜ਼ ਸੁਣਾਈ ਦਿੰਦੀ, ਰੰਨ ਨਹਾ ਕੇ ਛੱਪੜ ਵਿੱਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ। ਗਾ ਤਾਂ ਰਾਮ ਆਸਰਾ ਰਿਹਾ ਹੁੰਦਾ, ਪਰ ਆਵਾਜ਼ ਮੈਨੂੰ ਤਾਈ ਦੀ ਲੱਗਦੀ। ਉਹ ਵੀ ਬੜਾ ਵੱਡਾ ਸੁਲਫੇਬਾਜ਼ ਸੀ, ਬਦਮਾਸ਼ ਕਿਸਮ ਦਾ ਬੰਦਾ। ਬਦਮਾਸ਼ੀਆਂ ਕਾਰਨ ਚੜ੍ਹਦੀ ਉਮਰ ਵਿੱਚ ਬਾਬੇ ਹੋਰਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਜਦੋਂ ਜ਼ਿਆਦਾ ਤੰਗ ਕਰਨ ਲੱਗਿਆ, ਬਾਬੇ ਨੇ ਉਹਦੀ ਜ਼ਮੀਨ ਦਾ ਹਿੱਸਾ ਦੇ ਦਿੱਤਾ। ਪਰ ਵਿਆਹ ਤੋਂ ਪਹਿਲਾਂ ਹੀ ਉਸ ਅੰਦਰ ਅਜਗਰ ਪੈਦਾ ਹੋ ਗਿਆ। ਉਹ ਬਾਲੀ ਜ਼ਮੀਨ ਖਾ ਗਿਆ। ਜਦੋਂ ਤੀਵੀਂ ਦੀ ਥੋੜ੍ਹ ਉਹਦਾ ਅੰਦਰ ਖਾਣ ਲੱਗੀ, ਉਹ ਘਰ ਦੀ ਤਲਾਸ਼ ਵਿੱਚ ਭਟਕਣ ਲੱਗਿਆ। ਰਾਮ ਆਸਰੇ ਦਾ ਬਾਪੂ ਵਾਣ ਵੱਟਣ ਦਾ ਕੰਮ ਕਰਦਾ ਸੀ। ਕਈ ਵਾਰੀ ਤਾਇਆ ਸ਼ਰਾਬ ਪੀਤੀ ਵਿੱਚ ਉਸ ਨੂੰ ਆਖਣ ਲੱਗ ਪੈਂਦਾ, ਯਾਰ ਕੋਈ ਐਸੀ ਰੱਸੀ ਵੱਟ ਜਿਸ ਨਾਲ ਮੇਰਾ ਘਰ ਬੰਨਿਆ ਜਾਵੇ। ਉਹਦੀ ਗੱਲ ਸੁਣਨ ਰਾਮ ਆਸਰੇ ਦਾ ਬਾਪੂ ਰੋਣ ਹੱਕਾ ਹੋ ਜਾਂਦਾ, ਪਰ ਉੱਪਰੋਂ ਉੱਚੀ ਉੱਚੀ ਹੱਸਣ ਲੱਗਦਾ, ਉਹ ਇਹਨਾਂ ਰੱਸੀਆਂ ਨਾਲ ਤਾਂ ਮੰਜਾ ਮਸਾ ਬੰਨਿਆ ਜਾਂਦਾ, ਘਰ ਬੰਨਣ ਵਾਲੀਆਂ ਰੱਸੀਆਂ ਤਾਂ ਹੋਰ ਹੁੰਦੀਆਂ ਨੇ। ਅੱਛਾ ਠੀਕ ਹੈ ਠੀਕ ਹੈ। ਛੇਤੀ ਛੇਤੀ ਸਿਰ ਮਾਰਦਾ ਹੋਇਆ ਤਾਇਆ ਸੋਚਾਂ ਵਿੱਚ ਪੈ ਜਾਂਦਾ। ਜਿਸ ਤਰ੍ਹਾਂ ਉਸ ਨੂੰ ਸਾਰੀ ਗੱਲ ਸਮਝ ਆ ਜਾਂਦੀ ਸੀ। ਪਹਿਲਾਂ ਪਹਿਲਾਂ ਮੈਨੂੰ ਇੱਕ ਗੱਲ ਸਮਝ ਨਹੀਂ ਸੀ ਪੈਂਦੀ, ਉਹ ਇਹ ਕਿ ਤਾਇਆ ਕੁੱਤਿਆਂ ਦੇ ਮਗਰ ਕਿਉਂ ਪੈਂਦਾ ਸੀ। ਜਿਉਂ ਹੀ ਬੀਹੀ ਵਿੱਚ ਕੋਈ ਕੁੱਤਾ ਨਜ਼ਰ ਆਉਂਦਾ, ਉਹ ਬੇਚੈਨ ਹੋ ਜਾਂਦਾ। ਉਹਦੀ ਨਜ਼ਰ ਕੋਈ ਇੱਟ ਰੋੜਾ ਲੱਭਣ ਲੱਗਦੀ। ਉਸ ਵਕਤ ਤਾਂ ਉਹ ਪਾਗਲ ਹੋ ਜਾਂਦਾ ਸੀ, ਜਿਸ ਵਕਤ ਕਿਸੇ ਕੁੱਤੀ ਮਗਰ ਕੁੱਤਿਆਂ ਦੀ ਡਾਰ ਤੁਰੀ ਜਾਂਦੀ ਵੇਖਦਾ। ਬਸ ਫਿਰ ਤਾਂ ਤਾਏ ਦਾ ਹੱਥ ਹੁੰਦਾ ਤੇ 12 ਭੋਰੀ ਦੀ ਡਾਂਗ ਹੁੰਦੀ। ਬੀਹੀ ਵਿੱਚ ਵੱਜਿਆ ਲਲਕਾਰਾ ਕੁੱਤਿਆਂ ਦੀ ਪਤੀੜ ਪਵਾ ਦਿੰਦਾ। ਜਿਸ ਪਲ ਬਗਾਮੀ ਮਾਰੀ ਡਾਂਗ ਕੁੱਤਿਆਂ ਦੀਆਂ ਲੱਤਾਂ ਛਾਂਗਦੀ ਤੁਰੀ ਜਾਂਦੀ, ਦੂਰ ਦੂਰ ਤੱਕ ਚੌਂ ਚੌਂ ਹੁੰਦੀ ਚਲੀ ਜਾਂਦੀ। ਅੱਖਾਂ ਲਾਲ ਕਰੀ ਖੜਾ ਤਾਇਆ ਖਾਸਾ ਚਿਰ ਬੋਲਦਾ ਰਹਿੰਦਾ, ਸਾਲਾ ਉਹ ਕੁੱਤਾ ਵੀ ਲਾਜ਼ਮੀ ਇਹਨਾਂ ਕੁੱਤਿਆਂ ਵਿੱਚ ਹੀ ਆ। ਦਾਨੀ ਨੂੰ ਉਹ ਕੁੱਤਾ ਆਖਦਾ ਸੀ, ਉਹ ਕੁੱਤਾ ਜਿਹੜਾ ਉਸ ਦੀ ਘਰ ਵਾਲੀ ਨੂੰ ਭਜਾ ਕੇ ਲੈ ਗਿਆ ਸੀ। ਜ਼ਮੀਨ ਦਾ ਆਖਰੀ ਖੱਤਾ ਵੇਚ ਕੇ ਤਾਇਆ ਮੁੱਲ ਦੀ ਤੀਵੀਂ ਲਿਆਇਆ ਸੀ। ਖਰੀਦਣ ਵਕਤ ਦਾਨੀ ਵੀ ਉਸ ਨਾਲ ਗਿਆ ਸੀ। ਪੈਸੇ ਤਾਂ ਤਾਏ ਨੇ ਦਿੱਤੇ, ਪਰ ਉਹ ਤੀਵੀਂ ਦਾਨੀ ਨੂੰ ਦਿਲ ਦੇ ਬੈਠੀ, ਜਿਸ ਨਾਲ ਉਹ ਭੱਜੀ। ਉਸ ਦਿਨ ਤੋਂ ਹੀ ਤਾਇਆ ਬੈਠਕ ਦੁਆਲੇ ਰੱਸੀਆਂ ਬੰਨ੍ਹ ਕੇ ਆਖਣ ਲੱਗ ਪਿਆ, ਮੇਰਾ ਬੰਨਿਆ ਘਰ ਖੁੱਲ੍ਹ ਗਿਆ ਯਾਰ, ਇੱਕ ਮਿੰਟ ਠਹਿਰੋ, ਪਹਿਲਾਂ ਬੰਨ੍ਹ ਜਾਣਾ ਕੁੱਤਾ, ਲਿਆਈ ਕੇਰਾ ਡਾਂਗ। ਹਾਂ ਮੈਂ ਸੁੱਟਿਆ ਸੀ ਇਸ ਨੂੰ ਡਾਂਗ ਨਾਲ। ਸਾਲਾ ਇੱਕ ਕੁੱਤੀ ਦੇ ਮਗਰ ਤੁਰਿਆ ਜਾਂਦਾ ਸੀ। ਇਹ ਗੁਨਾਹ ਮਾਫੀਯੋਗ ਨਹੀਂ, ਇਸ ਨੂੰ ਸਜ਼ਾ ਮਿਲੇਗੀ। ਉਸ ਦਿਨ ਜ਼ਖਮੀ ਕੀਤੇ ਕੁੱਤੇ ਨੂੰ ਘੜੀਸੀ ਜਾਂਦਾ ਤਾਇਆ ਉੱਚੀ ਉੱਚੀ ਬੋਲ ਰਿਹਾ ਸੀ। ਮੈਂ ਤੇ ਰਾਮ ਆਸਰਾ ਪਿੱਛੇ ਪਿੱਛੇ ਤੁਰੇ ਜਾ ਰਹੇ ਸਾਂ। ਸਾਡੇ ਵਿਕੇ ਹੋਏ ਖੇਤਾਂ ਵਿੱਚ ਖੜੀ ਟਾਹਲੀ ਹੇਠ ਜਾ ਕੇ ਉਹ ਰੁਕ ਗਿਆ। ਉਹਦੀ ਅੱਖ ਸਾਡੇ ਨਾਲ ਮਿਲੀ। ਰਾਮ ਆਸਰੇ ਨੇ ਲੱਕ ਦੁਆਲੇ ਬੰਨੀ ਮਜ਼ਬੂਤ ਰੱਸੀ ਖੋਲ੍ਹ ਕੇ ਤਾਏ ਵੱਲ ਵਧਾ ਦਿੱਤੀ। ਅਗਲੇ ਹੀ ਪਲ ਫਾਂਸੀ ਦੇ ਫੰਦੇ ਵਿੱਚ ਫਸਿਆ ਕੁੱਤਾ ਟਾਹਲੀ ਨਾਲ ਲਟਕ ਰਿਹਾ ਸੀ। ਇੱਕ ਪਲ ਹੀ ਮੈਨੂੰ ਉਹਦੀ ਸ਼ਕਲ ਮੀਤੇ ਵਰਗੀ ਜਾਪੀ। ਉਸ ਦੀ ਬਾਹਰ ਨਿਕਲੀ ਜੀਭ ਵੱਲ ਵੇਖ ਕੇ ਤਾਇਆ ਉੱਚੀ ਉੱਚੀ ਹੱਸ ਰਿਹਾ ਸੀ। ਇਸ ਕੁੱਤੇ ਦੀ ਮੌਤ ਵਿੱਚ ਮੇਰੀ ਜਾਨ ਲੁਕੀ ਹੋਈ ਹੈ। ਕੁੱਤੇ ਦੀ ਮੌਤ ਮਰ ਗਿਆ ਵਿਚਾਰਾ। ਜਿਸ ਰਾਤ ਕੁੱਤਿਆਂ ਦੀ ਡਾਰ ਮਗਰ ਭੱਜਿਆ ਜਾਂਦਾ ਤਾਇਆ ਖਾਰੇ ਖੂਹ ਵਿੱਚ ਡਿੱਗ ਕੇ ਮਰਿਆ। ਮੈਂ ਤੇ ਰਾਮ ਆਸਰਾ ਉੱਚੀ ਉੱਚੀ ਰੋ ਰਹੇ ਸਾਂ। ਸਭ ਤੋਂ ਵੱਧ ਮੈਂ ਉਸ ਦਿਨ ਰੋਇਆ ਸੀ ਜਿਸ ਦਿਨ ਰਾਮ ਆਸਰਾ ਮਰਿਆ। ਉਸ ਦਿਨ ਅਸੀਂ ਸ਼ਹਿਰ ਤਾਂ ਗਏ ਸੀ, ਪਰ ਦਿਹਾੜੀ ਨਹੀਂ ਸੀ ਗਏ। ਕੁਝ ਦਿਨ ਪਹਿਲਾਂ ਸਾਨੂੰ ਦੋਵਾਂ ਨੂੰ ਇੱਕ ਘਰ ਵਿੱਚ ਦਿਹਾੜੀ ਮਿਲੀ ਸੀ। ਉੱਥੇ ਦਿਨ ਰਾਤ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇੱਕ ਰਾਤ ਟੂਟੀ 'ਤੇ ਪਾਣੀ ਪੀਣ ਗਿਆ ਸਾਨੂੰ ਉਸ ਘਰ ਦੀ ਬਾਥਰੂਮ ਵਿੱਚ ਨਹਾਉਂਦੀ ਤੀਵੀਂ ਦਿਖਾਈ ਦੇ ਦਿੱਤੀ। ਦਰਵਾਜ਼ੇ ਦੀਆਂ ਵਿਰਲਾਂ ਵਿੱਚ ਦੀ ਵੇਖੀ ਲਿਸ਼ਕ ਸਾਡੀਆਂ ਅੱਖਾਂ ਅੰਨ੍ਹੀਆਂ ਕਰ ਗਈ। ਦਿਹਾੜੀ ਕਰਨੀ ਭੁੱਲ ਗਈ। ਅੱਧ ਵਿਚਕਾਰ ਹੀ ਕੰਮ ਛੱਡ ਅਸੀਂ ਚੁੱਪਚਾਪ ਪਿੰਡ ਆ ਵੜੇ। ਮੈਂ ਅੱਗ ਦੀ ਲਾਟ ਵਿੱਚੋਂ ਉਹ ਲਿਸ਼ਕ ਵੇਖਣੀ ਚਾਹੁੰਦਾ ਸੀ, ਪਰ ਰਾਮ ਆਸਰਾ ਸੀ ਕਿ ਦਿਲ ਫੜ ਕੇ ਬੈਠ ਗਿਆ। ਕਹਿੰਦਾ, ਮੇਰੇ ਤਾਂ ਕੁਝ ਇੱਥੇ ਲੜ ਗਿਆ ਅੱਜ, ਇੱਥੇ। ਦਿਮਾਗ ਵਿੱਚ ਉਸ ਤੀਵੀਂ ਦੀ ਤਸਵੀਰ ਬਣਾ ਕੇ ਵੇਖਣ ਤੋਂ ਬਾਅਦ ਜਦੋਂ ਮੈਂ ਚਿਲਮ ਦਾ ਸੂਟਾ ਖਿੱਚ ਰਿਹਾ ਸੀ, ਮੈਂ ਧੁੰਦਲੀਆਂ ਨਜ਼ਰਾਂ ਨਾਲ ਵੇਖਿਆ ਰਾਮ ਆਸਰਾ ਨਵੀਂ ਫੜੀ ਸਪਣੀ ਨੂੰ ਟੋਕਰੀ ਵਿੱਚੋਂ ਕੱਢ ਰਿਹਾ ਸੀ। ਜਦੋਂ ਦਾ ਉਸ ਉੱਪਰ ਹਰ ਨਸ਼ਾ ਕਰਨ ਤੋਂ ਹਟਿਆ, ਉਹ ਜੀਭ ਉੱਪਰ ਡੰਗ ਮਰਵਾਉਣ ਲੱਗ ਪਿਆ ਸੀ।
ਸਾਰਾ ਪਿੰਡ ਉਸ ਤੋਂ ਇੱਕ ਵਿੱਥ ਵਿੱਚ ਰਹਿਣ ਲੱਗ ਪਿਆ ਸੀ। ਜਿਸ ਥਾਂ 'ਤੇ ਕੋਈ ਸੱਪ ਸੱਪਣੀ ਵੇਖਿਆ ਜਾਂਦਾ, ਉੱਥੇ ਬੰਗਾਲੇ ਦੀ ਥਾਂ ਰਾਮ ਆਸਰਾ ਜਾ ਹਾਜ਼ਰ ਹੁੰਦਾ। ਸਿਰਫ ਕੁਝ ਮਿੰਟਾਂ ਦੀ ਜੱਦੋ-ਜਹਿਦ ਹੁੰਦੀ, ਜਾਨਵਰ ਹਾਰ ਜਾਂਦਾ, ਉਹਦਾ ਡੰਗ ਰਾਮ ਆਸਰੇ ਦਾ ਪਾਲਤੂ ਬਣ ਜਾਂਦਾ। ਜਦੋਂ ਦਿਲ ਭਰ ਜਾਂਦਾ, ਉਸ ਨੂੰ ਮਾਰ ਉਹ ਨਵਾਂ ਜਾਨਵਰ ਫੜ ਲਿਆਉਂਦਾ, ਪਰ ਉਹਦਾ ਡੰਗ ਉਹ ਉਸ ਵਕਤ ਤੱਕ ਮਰਵਾਉਂਦਾ ਸੀ ਜਿਸ ਵਕਤ ਕੋਈ ਜਲਵਾ ਵੇਖਣਾ ਹੁੰਦਾ। ਦੇਖ ਬੱਗਿਆ, ਇੱਧਰ ਦੇਖ, ਉਹ ਕੰਜਰਾ ਉਹਨੂੰ ਡਰੀ ਜਾਂਦਾ। ਆਪਾਂ ਉਹਨਾਂ ਵਿੱਚੋਂ ਨਹੀਂ ਜਿਹੜੇ ਰੱਸੀ ਨੂੰ ਸੱਪ ਸਮਝ ਕੇ ਡਰ ਜਾਂਦੇ ਨੇ। ਹੋਏ ਆਪਾਂ ਤਾਂ ਸੱਪ ਨੂੰ ਰੱਸੀ ਸਮਝਣ ਵਾਲੇ ਬੰਦੇ ਆ। ਦੇਖ ਦੇਖ ਨਾਗਣ ਦਾ ਪਹਿਲਾ ਝਟਕਾ। ਇਹ ਨਵੀਂ ਸੱਪਣੀ ਨੂੰ ਰੱਸੀ ਵਾਂਗ ਚੁੱਕੀ ਖੜਾ ਰਾਮ ਆਸਰਾ ਪਹਿਲੇ ਹੀ ਡੰਗ ਨਾਲ ਲੜਖੜਾਉਣ ਲੱਗ ਪਿਆ ਸੀ। ਮੇਰੇ ਹੱਥਾਂ ਵਿੱਚੋਂ ਚਿਲਮ ਛੁੱਟ ਗਈ, ਉਹਦੇ ਹੱਥਾਂ ਵਿੱਚੋਂ ਨਾਗਣ ਛੁੱਟ ਗਈ। ਮੈਂ ਉੱਠ ਕੇ ਖੜਾ ਹੋ ਗਿਆ। ਰਾਮ ਆਸਰਾ ਧਰਤੀ ਉੱਪਰ ਡਿੱਗ ਗਿਆ। ਮੈਂ ਉਸ ਦਾ ਸਿਰ ਗੋਦੀ ਵਿੱਚ ਰੱਖ ਲਿਆ। ਮੂੰਹ ਵਿੱਚੋਂ ਝੱਗ ਵਹਿ ਤੁਰੀ। ਉਸ ਦੀ ਜ਼ੁਬਾਨ ਲੜਖੜਾਉਣ ਲੱਗੀ। ਸਾਲੀ ਨਾਗਣੀ ਵਿੱਚੋਂ ਤੀਵੀਂ ਨਾਲੋਂ ਵੀ ਤਿੱਖਾ ਜ਼ਹਿਰ ਸੀ। ਇੱਕ ਵਾਰੀ ਤਾਂ ਸੁਰਗ ਦੇਖ ਲਿਆ ਬੱਗਿਆ, ਸਾਲਾ ਪੱਕਾ ਪ੍ਰੇਤ ਬਣੂ। ਤੀਵੀਂ ਬਾਜੋਂ ਭਟਕਦਾ ਮਰਿਆ, ਸਾਲਾ ਪੱਕਾ ਪ੍ਰੇਤ ਬਣੂ। ਵਿਸ਼ਪੁਰ ਸੀ ਸਾਲਾ। ਚਿਖਾ ਨੂੰ ਅੱਗ ਦੇਣ ਵੇਲੇ ਹਵਾ ਦੇਖ ਲਿਓ ਕਿੱਧਰਲੀ ਹੈ। ਇਹਦਾ ਤਾਂ ਧੂੰਆਂ ਵੀ ਜ਼ਹਿਰ ਨਾਲੋਂ ਜ਼ਹਿਰੀਲਾ ਹੋਣਾ। ਰਾਮ ਆਸਰੇ ਦੀ ਚਿਖਾ ਨੂੰ ਅੱਗ ਦੇਣ ਗਿਆ ਸਾਰਾ ਪਿੰਡ ਡਰੀ ਹੋਈ ਬੋਲੀ ਬੋਲ ਰਿਹਾ ਸੀ, ਪਰ ਮੈਂ ਉਸ ਦਿਸ਼ਾ ਵਿੱਚ ਖੜਾ ਸੀ ਜਿੱਧਰ ਨੂੰ ਧੂੰਆਂ ਜਾ ਰਿਹਾ ਸੀ। ਮੇਰਾ ਸਰੀਰ ਨੀਲਾ ਪੈਂਦਾ ਜਾ ਰਿਹਾ ਸੀ। ਅੱਜ ਦੁਪਹਿਰ ਦੇ ਹੀ ਬੀਹੀ ਵਿੱਚ ਕੁੱਤੇ ਰੋਂਦੇ ਫਿਰ ਰਹੇ ਸਨ। ਧੰਨਾ ਬਾਬਾ ਕਹਿੰਦਾ ਹੁੰਦਾ, ਇਹ ਉਦੋਂ ਰੋਂਦੇ ਨੇ ਜਦੋਂ ਇਹਨਾਂ ਨੂੰ ਪ੍ਰੇਤ ਵਿਖਾਈ ਦਿੰਦੇ ਨੇ। ਤਾਂ ਕਿ ਰਾਮ ਆਸਰਾ ਤੇ ਤਾਇਆ ਪ੍ਰੇਤ ਬਣ ਗਏ ਸਨ? ਨਹੀਂ, ਮੈਂ ਤਾਂ ਕਰੀ ਜਾਂਦਾ। ਚੰਗਾ ਅਸੀਂ ਚੱਲਦੇ ਹਾਂ। ਆਵਾਜ਼ ਤਾਂ ਰਾਮ ਆਸਰੇ ਤੇ ਤਾਈ ਦੀ ਹੀ ਸੀ, ਪਰ ਇਹ ਕਿਵੇਂ ਹੋ ਸਕਦਾ ਸੀ? ਮੈਂ ਦੁਚਿੱਤੀ ਵਿੱਚ ਪੈ ਗਿਆ। ਦਿਲ ਕੀਤਾ ਕਿ ਮੰਜਾ ਛੱਡ ਦੇਵਾਂ, ਪਰ ਮੰਜਾ ਸੀ ਕਿ ਮੈਨੂੰ ਛੱਡ ਹੀ ਨਹੀਂ ਰਿਹਾ ਸੀ। ਮੈਂ ਪਾਸਾ ਪਰਤਿਆ। ਮੰਜੇ ਨੇ ਚਹਿੜ ਜੀ ਕੀਤੀ। ਬਿਲਕੁਲ ਇਹੀ ਆਵਾਜ਼ ਸੀ। ਮੈਨੂੰ ਜਾਪਿਆ ਜਿਵੇਂ ਹੁਣੇ ਕੋਈ ਮੰਜੇ ਦੀ ਬਾਹੀ 'ਤੇ ਬੈਠਾ ਸੀ ਤੇ ਹੁਣੇ ਉੱਠ ਕੇ ਪਰਾਂ ਨੂੰ ਚਲਿਆ ਗਿਆ। ਮੈਂ ਡਰ ਗਿਆ। ਮੰਜਾ ਯਾਨੀ ਘੁੰਮਣ ਲੱਗ ਪਿਆ। ਮੈਂ ਹੋਰ ਦਹਿਲ ਗਿਆ। ਮੰਜੇ ਦੁਆਲੇ ਚੜੇਲਾਂ ਦੀ ਕਿੱਕਲੀ ਪੈਣ ਲੱਗ ਪਈ। ਉਹ ਮੈਨੂੰ ਬੁਲਾਉਣ ਲੱਗ ਪਈਆਂ, ਪਰ ਮੈਂ ਚੁੱਪਚਾਪ ਪਿਆ ਰਿਹਾ। ਕੁਝ ਪਲ ਚੁੱਪ ਵਰਤੀ, ਫਿਰ ਗਿੱਧਾ ਪੈਣ ਲੱਗ ਪਿਆ। ਮੇਰਾ ਨਾਂ ਲੈ ਕੇ ਬੋਲੀਆਂ ਪੈਣ ਲੱਗ ਪਈਆਂ। ਮੈਨੂੰ ਖਿੱਚ ਲੈ ਵੇ ਬੱਗਿਆ, ਖਿੱਚ ਲੈ ਤੂੰ ਚੂੜੇ ਵਾਲੀ ਬਾਂਹ ਫੜ ਕੇ। ਬੱਗਿਆ ਵੇ ਬੱਗਿਆ, ਆ ਜਾ, ਬਾਂਹ ਫੜ ਲੈ ਮੇਰੀ। ਕਈ ਚੜੇਲਾਂ ਮੈਨੂੰ ਹਾਕ ਵੀ ਮਾਰ ਰਹੀਆਂ ਸਨ, ਪਰ ਮੈਂ ਭੋਰਾ ਨਾ ਬੋਲਿਆ। ਸਾਹ ਤੱਕ ਰੋਕ ਲਿਆ। ਜਦੋਂ ਦਮ ਘੁੱਟਣ ਲੱਗ ਪਿਆ ਤਾਂ ਪੈਂਦਾ ਗਿੱਧਾ ਦੂਰ ਚਲਿਆ ਗਿਆ। ਚੰਗਾ ਰਿਹਾ ਬੋਲਿਆ ਨਹੀਂ ਤਾਂ ਅੱਜ ਲੈ ਜਾਣਾ ਸੀ। ਉਲਝਵੀਆਂ ਆਵਾਜ਼ਾਂ ਸੁਣ ਮੇਰੀ ਸੁਰਤੀ ਉੱਡ ਗਈ। ਮੈਂ ਗਰਮੀ ਨਾਲ ਭਿੱਜਿਆ ਪਿਆ ਸੀ। ਮੈਨੂੰ ਯਾਦ ਆਇਆ ਕਿ ਮਰਨ ਤੋਂ ਪਹਿਲਾਂ ਰਾਮ ਆਸਰਾ ਤੇ ਤਾਏ ਨੂੰ ਵੀ ਚੜੇਲਾਂ ਦਿਸਣ ਲੱਗ ਪਈਆਂ ਸੀ। ਤਾਂ ਕਿ ਮੈਂ ਮਰ ਰਿਹਾ? ਨਹੀਂ, ਮੈਂ ਇਸ ਤਰ੍ਹਾਂ ਨਹੀਂ ਮਰਾਂਗਾ। ਮੈਂ ਤਾਂ ਬੁਝਿਆ ਹੋਇਆ ਦੀਪ ਬੱਗਿਆ। ਉਹ ਇਸ ਤਰ੍ਹਾਂ ਹੀ ਆਖਦਾ ਹੁੰਦਾ ਸੀ। ਨਾ ਤਾਂ ਉਹਦਾ ਗੁਰਦੀਪ, ਪਰ ਕੱਚਾ ਨਾਂ ਦੀਪ ਸੀ। ਪਤਾ ਨਹੀਂ ਕਿਉਂ ਉਹਦਾ ਕੱਚਾ ਨਾਂ ਮੈਨੂੰ ਪੱਕੇ ਨਾਂ ਤੋਂ ਵੀ ਵੱਧ ਪੱਕਾ ਜਾਪਦਾ ਸੀ। ਮੈਂ ਉਹਨੂੰ ਦੀਪ ਹੀ ਆਖਦਾ। ਬੁਝਿਆ ਹੋਇਆ ਦੀਪ ਕਿਉਂ? ਗੱਲ ਕਰ, ਤੈਨੂੰ ਅੱਗ ਦੀ ਲਾਟ ਵਾਂਗ ਮੱਚਣ ਲਾ ਦਿੰਨੇ ਆ। ਪਰ ਉਹ ਰਾਮ ਆਸਰੇ ਦੀਆਂ ਜੁਗਤਾਂ ਨੂੰ ਪਸੰਦ ਨਹੀਂ ਕਰਦਾ ਸੀ। ਉਂਝ ਵੀ ਉਹ ਮੇਰੇ ਨਾਲ ਜ਼ਿਆਦਾ ਖੁੱਲ੍ਹਿਆ ਹੋਇਆ ਸੀ। ਜਿਹੜੀ ਬੱਸ ਉੱਪਰ ਉਹ ਡਰਾਈਵਰ ਸੀ, ਉਹ ਸਾਡੇ ਪਿੰਡ ਵਿੱਚੋਂ ਦੀ ਲੰਘਦੀ। ਸ਼ਹਿਰ ਜਿਹੜੇ ਖੋਖੇ ਤੋਂ ਅਸੀਂ ਚਾਹ ਪੀਂਦੇ ਸੀ, ਕਈ ਵਾਰੀ ਦੀਪ ਵੀ ਉੱਥੇ ਆ ਜਾਂਦਾ। ਇੱਕ ਦੋ ਵਾਰੀ ਜਦੋਂ ਰਾਮ ਆਸਰਾ ਦਿਹਾੜੀ ਗਿਆ ਹੋਇਆ ਸੀ, ਮਨ ਉਦਾਸ ਹੋਣ ਕਾਰਨ ਮੈਂ ਖੋਖੇ 'ਤੇ ਹੀ ਬੈਠ ਗਿਆ। ਜਿਸ ਵਕਤ ਦੀਪ ਆਇਆ, ਉਹ ਮੈਥੋਂ ਵੀ ਵੱਧ ਉਦਾਸ ਸੀ। ਜਰਦੇ ਦੀ ਫੱਕੀ ਦਾ ਵਟਾਂਦਰਾ ਕਰਦਿਆਂ ਹੋਇਆਂ ਸਾਡੀ ਗੱਲ ਤੁਰ ਪਈ। ਕਈ ਗੱਲਾਂ ਉਸ ਦੀਆਂ ਤੇ ਕਈ ਗੱਲਾਂ ਮੇਰੀਆਂ। ਸਾਡੇ ਦਿਲਾਂ ਉੱਪਰ ਲੜ ਗਈਆਂ। ਦੁੱਖ ਸਾਂਝਾ ਸੀ। ਸਾਡੀ ਸਾਂਝ ਪੈ ਗਈ। ਕਈ ਵਾਰ ਉਹ ਸਾਨੂੰ ਬੱਸ ਵਿੱਚ ਮੁਫਤ ਲੈ ਜਾਂਦਾ। ਮੈਨੂੰ ਆਪਣੀ ਸੀਟ ਕੋਲ ਬੋਨਟ 'ਤੇ ਬਿਠਾ ਲੈਂਦਾ। ਜਦੋਂ ਬੱਸ ਟਾਪ ਗਿਅਰ ਫੜ ਲੈਂਦੀ, ਉਹ ਮੈਨੂੰ ਉਤਾਂਹ ਨੂੰ ਇਸ਼ਾਰਾ ਕਰਦਾ। ਮੈਂ ਉਹਦੇ ਸਿਰ ਉੱਪਰ ਲੱਗੇ ਸ਼ੀਸ਼ੇ ਵੱਲ ਵੇਖਦਾ। ਪਿੱਛੇ ਸਵਾਰੀਆਂ ਬੈਠੀਆਂ ਦਿਖਾਈ ਦਿੰਦੀਆਂ। ਸ਼ੀਸ਼ਾ ਕਿਸੇ ਸੋਹਣੀ ਜਿਹੀ ਸਵਾਰੀ ਉੱਪਰ ਫਿੱਟ ਹੁੰਦਾ। ਮੈਂ ਦੀਪ ਵੱਲ ਵੇਖਦਾ। ਉਹ ਖਚਰਾ ਜਿਹਾ ਹਾਸਾ ਹੱਸਣ ਲੱਗਦਾ। ਉਸ ਦੀ ਅੱਖ ਵਾਰ-ਵਾਰ ਸ਼ੀਸ਼ੇ ਨਾਲ ਟਕਰਾਉਂਦੀ। ਜਦੋਂ ਸ਼ੀਸ਼ੇ ਵਿੱਚ ਕੈਦ ਸਵਾਰੀ ਉਤਰਨ ਲੱਗਦੀ, ਦੀਪ ਹੌਲੀ-ਹੌਲੀ ਗਾਉਣ ਲੱਗਦਾ। ਤੇਰੀ ਅੱਖ ਹਾਨਣੇ ਨੀ, ਅੰਬਰੋਂ ਉੜਦੇ ਪੰਛੀ ਲਾਉਂਦੀ। ਪਰ ਉਂਝ ਉਹ ਮੇਰੇ ਵਾਂਗ ਹੀ ਪਰਕਟਿਆ ਪੰਛੀ ਸੀ। ਮੈਂ ਜਮਾਂਦਰੂ ਛੜਾ
ਉਹ ਵਿਆਹਿਆ ਹੋਇਆ ਛੜਾ ਸੀ। ਸ਼ਰਾਬ ਪੀਤੀ ਵਿੱਚ ਅਕਸਰ ਆਖਦਾ ਹੁੰਦਾ, ਲੈ ਇੱਕ ਰਾਤ ਦਾ ਵੀ ਭਲਾ ਕੋਈ ਵਿਆਹ ਹੁੰਦਾ। ਉਸ ਦੀ ਗੱਲ ਸੁਣ ਮੇਰੇ ਅੰਦਰ ਇੱਕ ਰਾਤ ਦਾ ਹੀ ਵਿਆਹ ਹੋ ਜਾਣ ਦੀ ਇੱਛਾ ਪੈਦਾ ਹੋਣ ਲੱਗਦੀ। ਮੈਂ ਪੁੱਠੀਆਂ ਸਿੱਧੀਆਂ ਸੋਚਾਂ ਸੋਚਣ ਲੱਗਦਾ। ਦਿਮਾਗ ਵਿੱਚ ਸਵਾਲਾਂ ਜਵਾਬਾਂ ਦੀ ਲੜੀ ਚੱਲਣ ਲੱਗਦੀ। ਦੀਪ ਦੀ ਤਲਾਕਸ਼ੁਦਾ ਘਰਵਾਲੀ ਦਾ ਵਿਆਹ ਮੇਰੇ ਨਾਲ ਨਹੀਂ ਹੋ ਸਕਦਾ। ਉਹ ਆਪਣੇ ਵੱਡੇ ਭਾਈ ਦੀ ਘਰਵਾਲੀ ਦਾ ਆਸ਼ਿਕ ਕਿਉਂ ਸੀ? ਉਸ ਦਾ ਵਿਆਹ ਉਹਦੇ ਨਾਲ ਕਿਉਂ ਨਹੀਂ ਹੋਇਆ? ਜੇਕਰ ਪਹਿਲੀ ਹੀ ਰਾਤ ਦੀਪ ਨੂੰ ਆਪਣੀ ਘਰਵਾਲੀ ਵਿੱਚੋਂ ਭਰਜਾਈ ਨਹੀਂ ਲੱਭੀ ਤਾਂ ਕਸੂਰ ਕਿਸ ਦਾ ਸੀ? ਇਹ ਜਾਇਜ਼ ਰਿਸ਼ਤੇ ਨਜਾਇਜ਼ ਹੁੰਦੇ ਨੇ ਜਾਂ ਨਜਾਇਜ਼ ਰਿਸ਼ਤੇ ਹੀ ਜਾਇਜ਼ ਹੁੰਦੇ ਨੇ? ਮੈਨੂੰ ਕੋਈ ਸਮਝ ਨਾ ਆਉਂਦੀ।